साडी गौरमेंट नूं चाहीदा है कि पंजाबी दे सबजैक्ट नूं यकीनी बनाए 10वीं तक कम अज़ कम, ताकि हर बच्चे नूं पता होवे कि साडी माँ बोली की है। और जट्टां दी ते शान है पंजाबी, साडा ते गुजारा ही नहीं है पंजाबी तो बगैर। एक कमेंट मैनू आया सी, उन्होंने कहा सी कि तेरी जुदाई में लोग तो महबूब की जुदाई में शराब पीते हैं, मैं तेरी जुदाई में लस्सी पी रहा हूँ। ऐ सुन के मेरा बड़ा ही हासा निकलिया सी। खैर जे मैनू कोई बोल्ड करैक्टर ऑफर हुंदा है, जिवें पुराने ज़माने दी बहादुर औरतां सी जिहड़ियां जंगा करदियां सी, घोड़े दौड़ांदियां भजांदियां सी, जे इंज दा कोई मैनू रोल मिलदा है तो इंशाअल्लाह ताला ज़रूर करांगे। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम अज लाहौर पहुंची है जी, जिथे साडे नाल मौजूद है जी हुरैरा जट। एक लाहौर दे एक बहुत मशहूर टिकटॉकर ने। इन्हां दी मशहूरी दी खास वजह कि ये बाइक राइडिंग भी करते आ, घुड़सवारी भी करते आ, तो इस दे नाल इन्हां दियां जिहड़ियां वीडियोज़ हुंदियां बड़ियां इंस्पायर करदियां लोगों नूं। आपां बाकी गलबात इन्हां नाल करदे हैं कि इन्हां ने काम कदों शुरू कीता ते किहनां तो इंस्पायर होकर काम कीता। अस्सलाम वालेकुम जी। वालेकुम अस्सलाम, की हाल है तुहाडा? अल्लाह दा शुक्र जी, बिल्कुल ठीक ठाक। तुसीं सुणाओ? अल्लाह दा करम। अच्छा, पहले तो तुसीं अपना नाम दसो, तुहाडा नाम की है? जी मेरा नाम हुरैरा जट है, ते यह नाम मेरी वालदा ने रखा है जी। अकाउंट भी तुहाडा इसे नाम ते ही है? जी जी बिल्कुल, अकाउंट भी इसे नां ते हुरैरा जट। ये अपना टिकटॉक अकाउंट है या अपना स्नैक अकाउंट है? ਇਹ ਟਿਕਟੋਕ ਅਕਾਊਂਟ ਹੈ ਤੇ ਨਾਲੇ ਇੰਸਟਾਗ੍ਰਾਮ ਦਾ ਅਕਾਊਂਟ ਜਿਹੜਾ ਹੈ ਉਹ ਵੀ ਇਸੇ ਨਾਂ ਤੋਂ ਹੈ ਜੀ। कोई यूट्यूब चैनल भी है अपना? ਨਹੀਂ YouTube ਚੈਨਲ ਫਿਲਹਾਲ ਨਹੀਂ ਹੈ। ਅੱਛਾ ਜੀ, ਤੁਸੀਂ ਇਹ ਜਿਹੜਾ ਕੰਮ ਟਿਕਟੌਕ ਤੇ ਸ਼ੁਰੂ ਕੀਤਾ, ਵੀਡੀਓ ਬਣਾਉਂਦੇ ਆ, ਇਹ ਤੁਹਾਨੂੰ ਕਿਸ ਤਰ੍ਹਾਂ ਸ਼ੌਕ ਪਿਆ ਕਿ ਅਸੀਂ ਇਹ ਵੀਡੀਓ ਬਣਾਉਣੀਆਂ ਚਾਹੀਦੀਆਂ? ਕਿਉਂਕਿ ਜੱਟ ਫੈਮਿਲੀ ਨਾਲ ਤੁਹਾਡਾ ਤਲਕ ਹੈ ਤੇ ਮੇਰਾ ਖਿਆਲ ਆ ਵੀ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ। ਜੀ ਬਿਲਕੁਲ ਇੰਜ ਹੀ ਹੈ। ਵੀਡੀਓ ਅਸਲ 'ਚ ਮੈਂ ਕਿਸੇ ਤੋਂ ਇੰਸਪਾਇਰ ਹੋ ਕੇ ਨਹੀਂ ਸ਼ੁਰੂ ਕੀਤਾ। ਇੰਜ ਹੈ ਕਿ ਮੈਂ ਕਿਉਂਕਿ ਮੈਂ ਮੋਟਰਸਾਈਕਲ ਚਲਾਉਂਦੀ ਹਾਂ ਤੇ ਘੁੜਸਵਾਰੀ ਵੀ ਕਰਨੀ ਆ, ਤੇ ਮੇਰਾ ਮੋਟਿਵ ਇਹ ਸੀ ਕਿ ਔਰਤਾਂ ਨੂੰ, ਕੁੜੀਆਂ ਨੂੰ ਇੰਸਪਾਇਰ ਕਰਾਂ, ਤਾਂ ਕਿ ਕੁੜੀਆਂ ਮੇਰੀ ਤਰਫ ਵੇਖਣ ਤੇ ਵੇਖ ਕੇ ਕੁੜੀਆਂ ਵੀ ਸ਼ੁਰੂ ਕਰਨ। ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਅਲਾਉ ਕਰਦੇ ਨੇ ਤੇ ਉਹ ਵੀ ਮੋਟਰਸਾਈਕਲ ਚਲਾਉਣ, ਇੰਡੀਪੈਂਡੈਂਟ ਹੋਣ, ਤਾਂ ਕਿ ਆਪਣੇ ਕੰਮ ਆਪ ਕਰ ਸਕਣ, ਆਪ ਜਾਣ, ਆਪ ਵਾਪਸ ਆਣ, ਲੋਕਾਂ ਦੀ ਮੁਹਤਾਜੀ ਤੋਂ ਬਚਣ। ਤੇ ਕੁੜੀਆਂ ਨੂੰ ਇੰਸਪਾਇਰ ਕਰਨ ਲਈ ਜਿਹੜਾ ਹੈ ਨਾ, ਮੈਂ ਇਹ ਅਕਾਊਂਟ ਬਣਾਇਆ ਤੇ ਇਹਦੇ ਤੇ ਮੈਂ ਵੀਡੀਓਜ਼ ਅਪਲੋਡ ਕਰਨੀਆਂ ਸ਼ੁਰੂ ਕੀਤੀਆਂ, ਤਾਂ ਕਿ ਕੁੜੀਆਂ ਇੰਸਪਾਇਰ ਹੋਣ, ਉਹਨਾਂ ਦੇ ਮਾਪੇ ਵੇਖਣ ਤੇ ਉਹ ਵੀ ਆਪਣੀ ਕੁੜੀਆਂ ਨੂੰ ਜਿਹੜਾ ਹੈ ਇੰਡੀਪੈਂਡੈਂਟ ਕਰਨ। ਮਤਲਬ ਤੁਹਾਡੀ ਸੋਚ ਇਹ ਸੀ ਕਿ ਤੁਸੀਂ ਉਹਨਾਂ ਨੂੰ ਇਸ ਲਾਈਨ ਤੇ ਲੈ ਕੇ ਆਣਾ ਕਿ ਬਜਾਏ ਆਪਾਂ ਰਕਸ਼ੇ ਤੇ ਕਿਸੇ ਦੇ ਨਾਲ ਬਹਿ ਕੇ ਜਾਈਏ, ਆਪਾਂ ਨੂੰ ਮੋਟਰਸਾਈਕਲ ਸਿੱਖ ਲੈਣਾ ਚਾਹੀਦਾ ਤਾਂ ਕਿ ਆਪਾਂ ਨੂੰ ਕਿਸੇ ਦੀ ਮੁਹਤਾਜੀ ਨਾ ਹੋਵੇ। ਅਸੀਂ ਆਪਣਾ ਕੰਮ ਜਿਹੜਾ ਘਰ ਦੇ ਸਾਨੂੰ ਕਹਿੰਦੇ ਜਾਂ ਮੁੰਡਿਆਂ ਨੂੰ ਕਹੀਦਾ ਉਹ ਅਸੀਂ ਕਰ ਸਕੀਏ। ਬਿਲਕੁਲ ਇੰਜ ਹੀ ਹੈ। ਵੇਖੋ, ਜੇ ਕਿਸੇ ਕੁੜੀ ਨੇ ਕਾਲਜ ਜਾਣਾ ਹੈ ਤੇ ਉਹ ਪਹਿਲੇ ਆਪਣੇ ਭਾਈ ਦੀ ਮਿੰਨਤਾਂ ਕਰੇਗੀ, ਅੱਬੂ ਦੀ ਮਿੰਨਤਾਂ ਕਰੇਗੀ, ਅੱਬੂ ਮੈਨੂੰ ਛੱਡ ਆਓ, ਭਾਈ ਮੈਨੂੰ ਛੱਡ ਆਓ। ਤੇ ਮੋਟਰਸਾਈਕਲ ਜੇ ਤੁਹਾਨੂੰ ਆਂਦੀ ਹੋਏਗੀ ਚਲਾਣੀ ਤੇ ਤੁਸੀਂ ਆਪੇ ਹੀ ਚਲਾ ਸਕੋਗੇ, ਆਪੇ ਹੀ ਜਾ ਸਕੋਗੇ। ਤੁਸੀਂ ਆਪਣਾ ਵੀ ਟਾਈਮ ਬਚਾਓਗੇ ਤੇ ਦੂਜਿਆਂ ਦਾ ਵੀ ਟਾਈਮ ਬਚਾਓਗੇ। ਅੱਛਾ, ਸ਼ਹਿਰ ਦੇ ਵਿੱਚ ਜਦੋਂ ਤੁਸੀਂ ਮੋਟਰਸਾਈਕਲ ਚਲਾਉਣਾ ਸ਼ੁਰੂ ਕੀਤਾ ਤੇ ਤੁਹਾਨੂੰ ਫਿਰ ਲੋਕਾਂ ਦੇ ਜ਼ਾਹਰ ਆ ਬਹੁਤ ਸਾਰੇ ਸਵਾਲਾਤ ਸਾਹਮਣੇ ਹੁੰਦੇ ਆ, ਲੋਕਾਂ ਦਾ ਵੇਖਣ ਦਾ, ਬੋਲਣ ਦਾ ਅੰਦਾਜ਼, ਉਹ ਚੀਜ਼ਾਂ ਸਾਹਮਣੇ ਆਈਆਂ ਤੁਹਾਡੇ? ਬਿਲਕੁਲ ਆਈਆਂ, ਬਿਲਕੁਲ। ਸ਼ੁਰੂ 'ਚ ਇੰਜ ਸੀ ਕਿ ਜਦੋਂ ਮੈਂ ਚਲਾਉਣੀ ਸ਼ੁਰੂ ਕੀਤੀ ਉਦੋਂ ਇੰਨੀਆਂ ਕੁੜੀਆਂ ਨਹੀਂ ਚਲਾਉਂਦੀਆਂ ਸੀ। ਹੁਣ ਤੇ ਖੈਰ ਤੁਸੀਂ ਵੇਖੋ ਹਰ ਇਸ਼ਾਰੇ ਤੇ ਤੁਹਾਨੂੰ ਇੱਕ ਅੱਧੀ ਕੁੜੀ ਮਿਲ ਜਾਂਦੀ ਹੈ। ਤੇ ਸ਼ੁਰੂ 'ਚ ਇੰਜ ਸੀ ਕਿ ਬੜਾ ਹੀ ਨਈ ਚੀਜ਼ ਸੀ, ਯੂਨੀਕ ਚੀਜ਼ ਸੀ ਲੋਕਾਂ ਲਈ। ਬੜੇ ਲੋਕਾਂ ਨੇ ਸਪੋਰਟ ਵੀ ਕੀਤਾ, ਲੇਕਿਨ ਵਿੱਚ ਗੰਦੇ ਆਂਡੇ ਵੀ ਹੁੰਦੇ ਨੇ ਤੇ ਜਿਹੜੇ ਕੰਮ ਖਰਾਬ ਕਰਦੇ ਨੇ। ਲੇਕਿਨ ਮੇਰਾ ਇਹੀ ਹੈ ਕੁੜੀਆਂ ਨੂੰ ਕਿ ਤੁਸੀਂ ਉਹਨਾਂ 'ਤੇ ਧਿਆਨ ਨਾ ਦੇਵੋ ਤੇ ਤੁਸੀਂ ਆਪਣਾ ਹੀ ਕੰਮ ਕਰੋ, ਜਿਵੇਂ ਮੈਂ ਕੀਤਾ ਤੇ ਮੈਂ ਚਲਾ ਰਹੀ ਹਾਂ। ਮੈਨੂੰ ਅਲਹਮਦੁਲਿਲਾ 3-4 ਸਾਲ ਹੋ ਗਏ ਨੇ ਚਲਾਉਂਦੇ ਹੋਏ, ਤੇ ਮੈਨੂੰ ਕੋਈ ਐਸੀ ਕਿਸੇ ਕਿਸਮ ਦੀ ਹਰਾਸਮੈਂਟ ਜਾਂ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ ਜੀ। ਜੀ ਅੱਛਾ ਜੀ, ਇਹ ਘੁੜਸਵਾਰੀ ਦਾ ਤੁਸੀਂ ਸ਼ੌਕ ਕਿਸ ਤਰ੍ਹਾਂ ਆਪਣਾ ਪਾਲਿਆ ਹੈ? ਕਿੱਥੋਂ ਸਿੱਖੀ ਹੈ ਤੇ ਇਹ ਹਲੇ ਤੁਸੀਂ ਕਰਦੇ ਆ ਜਾਂ ਪਹਿਲੇ ਮਤਲਬ ਕਰਦੇ ਹੁੰਦੇ ਸੀਗੇ? घुड़सवारी मैनू शुरू किए हुए 3 साल हो गए ने अलहमदुलिल्लाह। मैं बिल्कुल A1 घुड़सवार हाँ, तो हुण मैं नेज़ाबाजी की तरफ जा रही हाँ। नेज़ाबाजी का मैनू बहुत शौक है। मेरे घर वाले अक्सर मुखालफत करते हैं मेरे इस शौक की, क्योंकि यह थोड़ा जिहा महंगा शौक है तो फीसां भी देनियां पैंदियां ने तो खर्चा भी बहुत है। बहरहाल मैं बड़ी बजिद ना है इसलिए, क्योंकि मैं मेरा शौक है तो बचपन तो है, तो डेयरिंग काम करना मैनू बड़ा ही पसंद है। तो वैसे भी जिहड़ा है ना बड़ा ही खूबसूरत ते शौक, नाले सुन्नत नबी है बिल्कुल। जड़ी ਬਾਦਸ਼ਾਹਾਂ ਦੇ ਸ਼ੌਕ ਆ ਜੀ,
ਇਹ ਵੈਸੇ ਸੁਨਨਤ ਤਾਂ ਆਪਣੀ ਜਗ੍ਹਾ ਹੈਗੀ ਆ, ਲੇਕਿਨ ਜਦੋਂ ਪਹਿਲੇ ਦੌਰ ਦੇ ਵਿੱਚ ਬਾਦਸ਼ਾਹ ਹੁੰਦੇ ਸੀ, ਜੰਗਾਂ ਵੀ ਜਿਹੜੀਆਂ ਘੋੜਿਆਂ ਤੇ ਲੜੀਆਂ ਜਾਂਦੀਆਂ। ਬਿਲਕੁਲ ਹੈ, ਬੜੇ ਬਹਾਦਰ ਲੋਕਾਂ ਦਾ ਕੰਮ ਹੈ ਕਿ ਘੋੜੇ ਤੇ ਬਹਿਣਾ। ਫਿਰ ਕੁੜੀਆਂ ਲਈ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ, ਘੋੜੇ ਨੂੰ ਬੇਜ਼ੁਬਾਨ ਹੈ ਉਹਨੂੰ ਟੈਕਲ ਕਰਨਾ, ਉਹਨੂੰ ਹੈਂਡਲ ਕਰਨਾ। ਲੇਕਿਨ ਇੰਝ ਹੈ ਕਿ ਅਲਹਮਦੁਲਿਲਾ ਚੂੰਕਿ ਮੈਂ ਮੋਟਰਸਾਈਕਲ ਵੀ ਚਲਾਉਂਦੀ ਰਹੀ ਹਾਂ ਤੇ ਮੇਰਾ ਥੋੜਾ ਜਿਹਾ ਬੈਲੈਂਸ ਤੇ ਥੋੜਾ ਜਿਹਾ ਕੌਨਫੀਡੈਂਸ ਲੈਵਲ ਥੋੜਾ ਜਿਹਾ ਹੈ। ਆਮ ਲੋਕਾਂ ਨਾਲੋਂ ਜ਼ਿਆਦਾ ਹੈ। ਹਾਂਜੀ, ਆਮ ਕੁੜੀਆਂ ਨਾਲੋਂ ਕਹਿ ਲਓ ਤੁਸੀਂ, ਕੁੜੀਆਂ ਨਾਲੋਂ ਥੋੜਾ ਜਿਹਾ ਜ਼ਿਆਦਾ ਹੈ। ਤੇ ਤਾਈਓ ਨਾਲੇ ਸ਼ੌਕ ਬਹੁਤ ਜ਼ਿਆਦਾ ਹੈ ਨਾ, ਸ਼ੌਕ ਹੋਏ ਤੇ ਇਨਸਾਨ ਕੁਝ ਵੀ ਕਰ ਸਕਦਾ ਹੈ। ਬਿਲਕੁਲ। ਅੱਛਾ ਜੀ, ਤੁਸੀਂ ਅਗਰ ਆਪਾਂ ਗੱਲ ਕਰਦੇ ਹਾਂ ਟਿਕਟੌਕ ਦੀ, ਤੇ ਉਹਦੇ ਵਿੱਚ ਤੁਹਾਡੀਆਂ ਕਿੰਨੀਆਂ ਵੀਡੀਓ ਤੁਸੀਂ ਅੱਜ ਤੱਕ ਅਪਲੋਡ ਕਰ ਚੁੱਕੇ ਹੋ? ਟਿਕਟੌਕ ਤੇ ਤਕਰੀਬਨ ਘੋੜਿਆਂ ਦੀ ਤੇ ਮੋਟਰਸਾਈਕਲ ਦੀ ਕਾਫੀ ਵੀਡੀਓਜ਼ ਮੈਂ ਪਾ ਚੁੱਕੀ ਹਾਂ ਤਾਂ ਕਿ ਲੋਕੀ ਵੇਖਣ ਤੇ ਆਪਣੀ ਬੱਚੀਆਂ ਨੂੰ ਵੀ ਸਿਖਾਣ। ਤੇ ਬਾਕੀ ਦੂਸਰੀ ਜਿਹੜੀ ਫਨ ਦੀ ਵੀਡੀਓਜ਼ ਵੀ ਹੁੰਦੀਆਂ ਉਹ ਵੀ ਵਿੱਚ ਸ਼ਾਮਿਲ ਨੇ ਜੀ। ਆਪਣੀ ਕਿਹੜੀ ਵੀਡੀਓ ਸਭ ਤੋਂ ਜ਼ਿਆਦਾ ਵਾਇਰਲ ਹੋਈ ਸੀਗੀ? ਵੀਡੀਓ ਤੇ ਖੈਰ ਐਵੇਂ ਹੀ ਸੀ, ਮੈਂ ਏਟੀਐਮ ਤੋਂ ਪੈਸੇ ਕਢਾ ਰਹੀ ਸੀ ਤੇ ਉਹ ਮੈਂ ਫਨ 'ਚ ਬਸ ਵੀਡੀਓ ਬਣਾ ਕੇ ਮੈਂ ਅਪਲੋਡ ਕੀਤੀ ਤੇ ਉਹਦੇ ਤੇ ਬਹੁਤ ਜ਼ਿਆਦਾ ਬੇਸ਼ੁਮਾਰ ਵਿਊਜ਼ ਆਏ ਸੀ, ਲਾਈਕ ਆਏ ਸੀ, ਕਮੈਂਟ ਆਏ ਸੀ। ਉਹ ਇੱਕ ਵੀਡੀਓ ਸੀ ਜਿਹੜੀ ਮੇਰੀ ਬੜੀ ਜ਼ਿਆਦਾ ਵਾਇਰਲ ਹੋਈ ਸੀ। ਹਾਂਜੀ। ਅੱਛਾ ਜੀ, ਇਹ ਆਪਣਾ ਵੀਡੀਓ ਦੇ ਵਾਇਰਲ ਹੋਣ ਦੇ ਵਿੱਚ ਤੁਸੀਂ ਕੋਈ ਸਮਝਦੇ ਹੋ ਕੋਈ ਖਾਸ ਟ੍ਰਿਕ ਹੁੰਦੀ ਆ, ਜਾਂ ਵੈਸੇ ਮਤਲਬ ਕੋਈ ਵੀ ਵੀਡੀਓ ਵਾਇਰਲ ਹੋ ਜਾਂਦੀ ਹੈ? ਨਹੀਂ ਨਹੀਂ, ਕੋਈ ਖਾਸ ਟ੍ਰਿਕ ਤੇ ਨਹੀਂ ਹੁੰਦੀ, ਲੇਕਿਨ ਅਗਰ ਤੁਹਾਡਾ ਕੈਮਰਾ ਫੋਨ ਅੱਛਾ ਹੈ, ਕੈਮਰਾ ਅੱਛਾ ਹੈ ਤੇ ਨਾਲੇ ਜਿਹੜਾ ਟ੍ਰੈਂਡਿੰਗ ਸਾਊਂਡ ਹੈ ਉਹ ਤੁਸੀਂ ਯੂਜ਼ ਕਰ ਰਹੇ ਹੋ ਤੇ ਫਿਰ ਤੇ ਵਾਇਰਲ ਹੋਣ ਦੇ ਚਾਂਸਸ ਹੁੰਦੇ ਨੇ। ਕੋਈ ਖਾਸ ਟ੍ਰਿਕ ਨਹੀਂ ਹੈ। ਪਹਿਲੇ ਸ਼ੁਰੂ ਵਿੱਚ ਹੁੰਦਾ ਸੀ ਬੜਾ ਇੱਕ ਦੂਜੇ ਕੋ ਪੁੱਛਣਾ, ਯਾਰ ਫਾਰ ਯੂ ਤੇ ਕਿਸ ਤਰ੍ਹਾਂ ਦੇ, ਫਾਰ ਯੂ ਤੇ ਕਿਸ ਤਰ੍ਹਾਂ ਦੇ, ਇਹ ਕੀ ਸੈਂਸ ਸੀਗੀ? ਨਹੀਂ ਨਹੀਂ, ਐਸਾ ਫੇਕ ਇੰਜ ਦੀ ਕੋਈ ਗੱਲ ਨਹੀਂ ਹੈ। ਅੱਛਾ ਜੀ, ਤੁਸੀਂ ਕਾਫੀ ਮਸ਼ਹੂਰ ਹੋ, ਲੋਕ ਤੁਹਾਨੂੰ ਹੁਣ ਜਾਣਦੇ ਆ, ਬਾਈ ਫੇਸ ਬਾਈ ਨੇਮ ਜਾਣਦੇ ਆ, ਤੇ ਜਦੋਂ ਬਾਹਰ ਨਿਕਲਦੇ ਆ ਤੇ ਕੀ ਜਦੋਂ ਲੋਕ ਤੁਹਾਨੂੰ ਤੁਹਾਡੇ ਨਾਂ ਤੋਂ, ਤੁਹਾਡੇ ਚਿਹਰੇ ਤੋਂ ਤੁਹਾਨੂੰ ਜਾਣਦੇ, ਤੁਹਾਨੂੰ ਬੁਲਾਉਂਦੇ ਆ ਜਾਂ ਤੁਹਾਨੂੰ ਮਿਲਣਾ ਚਾਹੁੰਦੇ ਆ, ਤੁਹਾਡੇ ਨਾਲ ਸੈਲਫੀ ਲੈਣਾ ਚਾਹੁੰਦੇ ਆ, ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ? ਬਿਲਕੁਲ ਤੁਹਾਡੀ ਗੱਲ ਠੀਕ ਹੈ, ਲੋਕੀ ਬੁਲਾਉਂਦੇ ਵੀ ਨੇ, ਪਹਿਚਾਣਦੇ ਵੀ ਨੇ, ਸੈਲਫੀਆਂ ਵੀ ਲੈਣਾ ਚਾਹੁੰਦੇ ਨੇ। ਲੇਕਿਨ ਇੰਝ ਹੈ ਕਿ ਮੈਂ ਜਦੋਂ ਬਾਹਰ ਨਿਕਲਨੀ ਹਾਂ ਮੈਂ ਥੋੜਾ ਜਿਹਾ ਆਪਣੇ ਫੇਸ ਨੂੰ ਕਵਰ ਕਰ ਲੈਂਦੀ ਹਾਂ ਤਾਂ ਕਿ ਬਹੁਤੇ ਲੋਕ ਮੈਨੂੰ ਨਾ ਪਹਿਚਾਣ ਸਕਣ। ਮੈਂ ਮਾਸਕ ਲਗਾ ਲੈਂਦੀ ਹਾਂ, ਆਪਣਾ ਗੈਟਅਪ ਚੇਂਜ ਕਰ ਲੈਂਦੀ ਹਾਂ ਤਾਂ ਕਿ ਫੈਮਿਲੀ ਦੇ ਨਾਲ ਹੁੰਦੀ ਹਾਂ ਨਾ ਤੇ ਥੋੜੀ ਜਿਹੀ ਪ੍ਰੋਬਲਮਸ ਆ ਜਾਂਦੀਆਂ ਨੇ, ਕਿਉਂਕਿ ਨਹੀਂ ਮੁਨਾਸਿਬ ਲੱਗਦਾ ਜਦੋਂ ਲੋਕੀ ਆਉਣ ਤੁਹਾਡੇ ਨਾਲ ਸੈਲਫੀਆਂ ਲੈਣ। ਤੇ ਲੇਕਿਨ ਇੰਝ ਹੈ ਕਿ ਜਿਹੜੇ ਲੋਕ ਪਹਿਚਾਣਦੇ ਨੇ ਉਹ ਫਿਰ ਅੱਛਾ ਵੀ ਲੱਗਦਾ ਹੈ ਕਿਉਂਕਿ ਤੁਹਾਨੂੰ ਲੋਕੀ ਜਾਣਦੇ ਨੇ, ਪਹਿਚਾਣਦੇ ਨੇ। ਲੇਕਿਨ ਇੰਝ ਹੈ ਕਿ ਮੇਰਾ ਗੈਟਅਪ ਚੇਂਜ ਹੁੰਦਾ ਹੈ ਤੇ ਲੋਕੀ ਮੈਨੂੰ ਨਹੀਂ ਜ਼ਿਆਦਾ ਪਹਿਚਾਣ ਸਕਦੇ। ਅੱਛਾ ਜੀ, ਅਕਸਰ ਕਈ ਵਾਰੀ ਇਦਾਂ ਹੁੰਦਾ ਕਿ ਤੁਸੀਂ ਵੀਡੀਓ ਪਾਈ, ਉਹ ਵੀਡੀਓ ਤੁਹਾਡੀ ਨਾ ਉਹ ਬੈਨ ਹੋ ਜਾਂਦੀ ਹੈ, ਪ੍ਰਾਈਵੇਟ ਹੋ ਜਾਂਦੀ ਹੈ, ਇਹਦੀ ਕੀ ਵਜ੍ਹਾ ਹੁੰਦੀ ਹੈ? ਇਹਦੀ ਵਜ੍ਹਾ ਇਹ ਹੈ ਕਿ ਜਿਹੜੀ ਵੀਡੀਓ ਤੁਸੀਂ ਟਿਕਟੌਕ ਦੀ ਕਮਿਊਨਿਟੀ ਗਾਈਡਲਾਈਨਸ ਤੋਂ ਹਟ ਕੇ ਬਣਾਉਂਦੇ ਹੋ ਨਾ, ਉਹ ਫਿਰ ਉਹ ਬੈਨ ਕਰ ਦਿੰਦੇ ਨੇ। ਯਾਨੀ ਜਿੰਦੇ ਵਿੱਚ ਤੁਸੀਂ ਅਸਲਾ ਸ਼ੋਅ ਕਰਵਾਉਂਦੇ ਹੋ, ਅਸਲੇ ਦਾ ਮਤਲਬ ਹੈ ਕਿ ਤੁਸੀਂ ਲੋਕਾਂ ਨੂੰ ਥ੍ਰੈਡ ਕਰ ਰਹੇ ਹੋ ਕਿ ਤੁਹਾਡੇ ਕੋਲ ਅਸਲਾ ਹੈ। ਤੇ ਦੂਜਾ ਇਹ ਹੈ ਕਿ ਜੇ ਤੁਸੀਂ ਸਮੋਕਿੰਗ ਯੂਜ਼ ਕਰਦੇ ਹੋ ਬਹੁਤ ਜ਼ਿਆਦਾ, ਤੁਸੀਂ ਵੇਪ ਯੂਜ਼ ਕਰਦੇ ਹੋ ਤੇ ਇੰਜ ਦੀਆਂ ਵੀਡੀਓਜ਼ ਜਿਹੜੀਆਂ ਹੁੰਦੀਆਂ ਨੇ, ਜਿਹੜੀ ਬੱਚਿਆਂ ਨੂੰ ਖਰਾਬ ਕਰ ਰਹੀਆਂ ਨੇ, ਜਿਹੜੀਆਂ 18 ਸਾਲ ਤੋਂ ਕਮ ਬੱਚੇ ਨੇ ਉਹਨਾਂ ਨੂੰ ਖਰਾਬ ਕਰ ਰਹੀਆਂ ਨੇ ਜਾਂ ਉਹਨਾਂ 'ਤੇ ਗਲਤ ਤਾਸੁਰ ਪਾ ਰਹੀਆਂ ਨੇ, ਉਹ ਵੀਡੀਓਜ਼ ਜਿਹੜੀਆਂ ਨੇ ਉਹ ਕਮਿਊਨਿਟੀ ਗਾਈਡਲਾਈਨਸ ਤੋਂ ਦੀ ਵਜ੍ਹਾ ਤੋਂ ਜਿਹੜੀਆਂ ਨੇ ਬੈਨ ਹੋ ਜਾਂਦੀਆਂ ਨੇ। ਮੁਸਤਕਬਲ ਦੇ ਵਿੱਚ ਤੁਹਾਡਾ ਕੀ ਪ੍ਰੋਗਰਾਮ ਆ? ਕੋਈ ਫਿਲਮ ਜਾਂ ਕੋਈ ਡਰਾਮਾ ਜਾਂ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਹੈ ਸ਼ੌਕ? ਮੁਸਤਕਬਲ 'ਚ ਜੇ ਤੁਸੀਂ ਪੁੱਛੋ ਤੇ ਇਹ ਹੈ ਕਿ ਜੇ ਮੈਨੂੰ ਕੋਈ ਬੋਲਡ ਕਰੈਕਟਰ ਆਫਰ ਹੁੰਦਾ ਹੈ, ਜਿਵੇਂ ਪੁਰਾਣੇ ਜ਼ਮਾਨੇ ਦੀ ਬਹਾਦਰ ਔਰਤਾਂ ਸੀ ਜਿਹੜੀਆਂ ਜੰਗਾਂ ਕਰਦੀਆਂ ਸੀ, ਘੋੜੇ ਦੌੜਾਉਂਦੀਆਂ ਭਜਾਉਂਦੀਆਂ ਸੀ, ਜੇ ਇੰਜ ਦਾ ਕੋਈ ਮੈਨੂੰ ਰੋਲ ਮਿਲਦਾ ਹੈ ਤਾਂ ਇਨਸ਼ਾ ਅੱਲਾਹ ਤਾਲਾ ਜ਼ਰੂਰ ਕਰਾਂਗੇ। ਮੇਰਾ ਖਿਆਲ ਤੁਸੀਂ ਡਰਾਮਾ ਆਰਟੀਕਲ ਦੇਖਿਆ ਹੋਣਾ, ਉਹਦੇ ਵਿੱਚ ਹਲੀਮਾ ਖਤੂਨ ਵੀ ਇਸ ਤਰ੍ਹਾਂ ਦੇ ਕੰਮ ਕਰਦੇ ਆ। ਅਗਰ ਪਾਕਿਸਤਾਨ 'ਚ ਇਹੋ ਜਿਹਾ ਡਰਾਮਾ ਬਣਦਾ ਹੋਵੇ ਤਾਂ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਤੁਹਾਨੂੰ ਸਿਲੈਕਟ ਕਰਨਾ ਚਾਹੀਦਾ। ਹਾਂਜੀ ਬਿਲਕੁਲ, ਮੈਂ ਤੇ ਇਹੀ ਰਿਕੁਐਸਟ ਕਰਾਂਗੀ। ਤੁਸੀਂ ਵੀਡੀਓ ਲਾਣੇ ਆ, ਉਹਦੇ ਵਿੱਚ ਜ਼ਾਹਰ ਆ ਉਸ ਤੋਂ ਬਾਅਦ ਲੋਕ ਕਮੈਂਟਸ ਕਰਦੇ ਨੇ ਵੀ ਚੰਗਾ ਕੰਮ ਕੀਤਾ ਜਾਂ ਜੋ ਵੀ ਆ, ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ। ਤੁਹਾਨੂੰ ਜ਼ਿਆਦਾਤਰ ਕਿਸ ਤਰ੍ਹਾਂ ਦੇ ਲੋਕ ਕਮੈਂਟਸ ਕਰਦੇ ਨੇ? ਕਮੈਂਟ ਬਿਲਕੁਲ ਵੇਖੋ ਤੁਸੀਂ, ਗੁਲਾਬ ਦੇ ਫੁੱਲ ਨਾਲ ਕਾਂਟੇ ਵੀ ਹੁੰਦੇ ਨੇ ਤੇ ਇੰਝ ਹੈ ਕਿ ਜਿੱਥੇ ਅੱਛੇ ਲੋਕ ਨੇ ਉੱਥੇ ਗੰਦੇ ਲੋਕ ਵੀ ਹੈ। ਲੇਕਿਨ ਅਲਹਮਦੁਲਿਲਾ ਅੱਲਾਹ ਤਾਲਾ ਦਾ ਬੜਾ ਖਾਸ ਕਰਮ ਹੈ ਕਿ ਮੈਨੂੰ ਅੱਜ ਤੱਕ ਕੋਈ ਬੈਡ ਕਮੈਂਟ ਜਾਂ ਗੰਦਾ ਜਿਹੜਾ ਕਮੈਂਟ ਹੈ ਉਹ ਵਸੂਲ ਨਹੀਂ ਹੋਇਆ। ਕਦੀ ਇੰਝ ਦਾ ਕਮੈਂਟ ਮੈਨੂੰ ਵਸੂਲ ਨਹੀਂ ਹੋਇਆ। ਅੱਛਾ, ਜਿਸ ਤਰ੍ਹਾਂ ਬੰਦੇ ਥੋੜੇ ਜਿਹੇ ਮਸ਼ਹੂਰ ਹੋ ਜਾਂਦੇ ਆ, ਫਿਰ ਉਹ ਪਹਿਲੇ ਜਦੋਂ ਕੋਈ ਵੀ ਬੰਦਾ ਅਕਾਊਂਟ ਬਣਾਉਂਦਾ ਜਾਂ YouTube ਦਾ ਲੈ ਲਓ ਚੈਨਲ ਬਣਾਉਂਦਾ, ਉਹ ਤਕਰੀਬਨ ਹਰ ਕਮੈਂਟ ਦਾ ਜਿਹੜਾ ਉਹਨਾਂ ਦਾ ਰਿਪਲਾਈ ਕਰਦਾ, ਉਹਨੂੰ ਰਿਸਪੌਂਡ ਕਰਦਾ ਆ। ਲੇਕਿਨ ਜਦੋਂ ਬੰਦਾ ਫੇਮਸ ਹੋ ਜਾਂਦਾ ਉਹ ਫਿਰ ਇਹ ਚੀਜ਼ਾਂ ਨਹੀਂ ਕਰਦਾ ਹੈਗਾ।
ਉਹ ਇੰਝ ਹੈ ਕਿ ਉਹਨਾਂ ਦੇ ਕੋਲ ਟਾਈਮ ਘੱਟ ਜਾਂਦਾ ਹੈ, ਉਹਨਾਂ ਦੇ ਕੋਲ ਉਹ ਬਿਜ਼ੀ ਜ਼ਿਆਦਾ ਹੋ ਜਾਂਦੇ ਨੇ ਬਹੁਤੀਆਂ ਵੀਡੀਓਜ਼ ਅਪਲੋਡ ਕਰਨ ਦੇ ਚੱਕਰ 'ਚ। ਤੇ ਨਾਲੇ ਉਂਝ ਵੀ ਤੁਸੀਂ ਵੇਖੋ ਜਦੋਂ ਕੋਈ ਬੰਦਾ ਜਿੰਨਾ ਫੇਮਸ ਹੋ ਜਾਂਦਾ ਨਾ ਉਹਦੇ ਕੋਲ ਟਾਈਮ ਉਨਾ ਹੀ ਘੱਟ ਜਾਂਦਾ ਹੈ। ਤੇ ਮੇ ਬੀ ਇਹੀ ਰੀਜ਼ਨ ਹੋ ਸਕਦੀ ਹੈ, ਉਹ ਹੋਰ ਇਸ ਤੋਂ ਇਲਾਵਾ ਕੋਈ ਨਹੀਂ। ਹਰ ਇਹ ਸਾਡੇ ਫੈਨ ਨੇ, ਸਾਨੂੰ ਪਸੰਦ ਕਰਦੇ ਨੇ ਤੇ ਅਸੀਂ ਇਹਨਾਂ ਦੇ ਲਈ ਵੀਡੀਓਜ਼ ਬਣਾਉਂਦੇ ਆ, ਇਹ ਸਾਨੂੰ ਵੇਖਦੇ ਨੇ, ਸਾਨੂੰ ਪਿਆਰ ਦਿੰਦੇ ਨੇ ਤੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਬੰਦੇ ਨੂੰ ਜਵਾਬ ਦਈਏ। ਜੇ ਕਿਸੇ ਦਾ ਰਹਿ ਜਾਂਦਾ ਹੈ ਤੇ ਉਹਨਾਂ ਕੋਲੋਂ ਮਾਜ਼ਰਤ ਕਰਨੇ ਆ। ਆਪਣੇ ਫਾਲੋਅਰਸ ਕਿੰਨੇ ਆ ਜੀ? ਫਾਲੋਅਰਸ ਹਜ਼ਾਰਾਂ ਵਿੱਚ ਨੇ। ਅੱਛਾ, ਕੋਈ ਐਸਾ ਕਮੈਂਟਸ ਵੀ ਆਇਆ ਜਿਹਦੇ ਵਿੱਚ ਤੁਸੀਂ ਮਤਲਬ ਪੜ੍ਹਿਆ ਹੋਵੇ ਤਾਂ ਤੁਹਾਡੇ ਵੈਸੇ ਮਤਲਬ ਬੈਠੇ ਹਾਸਾ ਨਿਕਲ ਗਿਆ ਹੋਵੇ, ਜਾਂ ਕੋਈ ਐਸਾ ਕਮੈਂਟ ਜਿਹਨੂੰ ਤੁਸੀਂ ਉਹ ਤਾਂ ਵੈਸੇ ਤੁਸੀਂ ਦੱਸ ਦਿੱਤਾ ਵੀ ਕਦੇ ਇਦਾਂ ਦਾ ਬੈਡ ਕਮੈਂਟ ਨਹੀਂ ਆਇਆ, ਕੋਈ ਐਸਾ ਕਮੈਂਟ ਦੱਸ ਦਿਓ ਜਿਹਦੇ ਵਿੱਚ ਤੁਸੀਂ ਦੇਖ ਕੇ ਵੀ ਇੱਕ ਬੰਦੇ ਨੇ ਕੀ ਕਹਿ ਦਿੱਤਾ ਹੈ? जी एक बार इंज होया सी, एक कमेंट मैनू आया सी, उन्होंने कहा सी कि तेरी जुदाई में लोग तो महबूब की जुदाई में शराब पीते हैं, मैं तेरी जुदाई में लस्सी पी रहा हूँ। ऐ सुन के मेरा बड़ा ही हासा निकलिया सी। खैर कि तू लस्सियाँ पी रहे हैं। ਕਿਆ ਬਾਤ ਆ ਜੀ। ਉਹ ਤਾਂ ਫਿਰ ਕੋਈ ਤੁਹਾਡੇ ਜੱਟਾਂ 'ਚ ਹੀ ਹੋਣਾ ਹੈ ਮੇਰੇ ਖਿਆਲ ਵੀ, ਜਿਹੜਾ ਲੱਸੀ ਦੇ ਸਾਡੇ ਜੱਟ ਜ਼ਿਮੀਂਦਾਰ ਜਿਹੜੇ ਬੰਦੇ ਆ ਉਹਨਾਂ 'ਚ ਹੋਣਾ। ਚਲੋ ਖੈਰ, ਉਹਦੀ ਮੁਹੱਬਤ ਸੀ, ਉਹਨੇ ਜੋ ਵੀ ਆਪਣੇ ਅੰਦਾਜ਼ ਦੇ ਨਾਲ ਤੁਹਾਨੂੰ ਕਮੈਂਟ ਕੀਤਾ ਜੀ। ਤੁਹਾਨੂੰ ਕਦੇ ਕੋਈ ਆਫਰ ਹੋਈ ਹੈ ਜੀ? ਜੀ ਆਫਰਾਂ ਹੁੰਦੀਆਂ ਨੇ ਕਿ ਸਾਡੀ ਪ੍ਰਮੋਸ਼ਨ ਕਰੋ ਕੱਪੜਿਆਂ ਦੀ ਤੇ ਫੋਟੋ ਸ਼ੂਟ ਕੈਮਰਾਮੈਨ ਕਰਨਾ ਚਾਹੁੰਦੇ ਨੇ, ਲੇਕਿਨ ਫਿਲਹਾਲ ਜਿਹੜਾ ਹੈ ਮੈਂ ਹਾਲੇ ਤੱਕ ਕਿਸੇ ਨੂੰ ਟੱਚ ਨਹੀਂ ਕੀਤਾ। ਅੱਛਾ, ਜਿਹੜਾ ਬੰਦਾ ਥੋੜਾ ਜਿਹਾ ਮਸ਼ਹੂਰ ਹੋ ਜਾਂਦਾ, ਇੱਕ ਤਾਂ ਜਿਹੜੇ ਪਹਿਲੇ ਉਹਨਾਂ ਨੇ ਆਪਣੇ ਫਾਲੋ ਕੀਤਾ ਹੁੰਦਾ ਉਹਨਾਂ ਨੂੰ ਵੀ ਉਹ ਖਤਮ ਕਰ ਦਿੰਦਾ ਹੈ, ਦੂਸਰਾ ਉਹਨਾਂ ਨੂੰ ਹਾਈਡ ਵੀ ਕਰ ਲੈਂਦਾ, ਇਹਦੀ ਕੀ ਵਜ੍ਹਾ ਹੈ? ਇਹਦੀ ਕੀ ਵਜ੍ਹਾ ਹੈ ਤੇ ਮੈਨੂੰ ਨਹੀਂ ਪਤਾ ਹੈ, ਉਹੀ ਦੱਸ ਸਕਦੇ ਨੇ ਜਿਨ੍ਹਾਂ ਨੇ ਹਾਈਡ ਕੀਤਾ ਹੈ। ਮੈਂ ਤੇ ਜਿਨ੍ਹਾਂ ਨੂੰ ਫੋਲੋ ਕੀਤਾ ਹੈ ਸ਼ੁਰੂ ਤੋਂ, ਉਹ ਮੇਰੇ ਨਾਲ ਚੱਲ ਰਹੇ ਨੇ। ਅੱਛਾ ਜੀ, ਤੁਸੀਂ ਆਪਣੀ ਵੀਡੀਓ ਦੇ ਵਿੱਚ ਬਣਾਉਣ ਲੱਗਿਆ ਕੀ ਜ਼ੇਨ ਹੁੰਦਾ ਵੀ ਮੈਂ ਕੀ ਪੈਗਾਮ ਦੇਣਾ, ਜ਼ਿਆਦਾ ਤੁਹਾਡੀ ਕਿਹੜੀ ਸੋਚ ਹੁੰਦੀ ਵੀ ਇਹ ਚੀਜ਼ ਜਿਹੜੀ ਨਾ ਮੈਂ ਆਪਣੀ ਕੌਮ ਨੂੰ ਦੱਸਣਾ ਚਾਹੁੰਦੀ? ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਮੈਂ ਚੂੰਕਿ ਮੋਟਰਸਾਈਕਲ ਚਲਾਉਂਦੀ ਹਾਂ ਤੇ ਮੇਰਾ ਕੁੜੀਆਂ ਲਈ ਪੈਗਾਮ ਹੁੰਦਾ ਹੈ ਤੇ ਮੇਰੇ ਜਿਹੜੀ ਵੀਡੀਓਜ਼ ਨੇ ਉਹ ਵੀ ਕੁੜੀਆਂ ਨੂੰ ਐਨਕਰੇਜ ਕਰਨ ਲਈ, ਐਮਪਾਵਰ ਕਰਨ ਲਈ ਹੁੰਦੀ ਹੈ ਕਿ ਕੁੜੀਆਂ ਵੀ ਅੱਗੇ ਆਉਣ। ਜਿਵੇਂ ਤੁਸੀਂ ਵੇਖੋ ਹਰ ਸ਼ੋਬੇ 'ਚ ਕੁੜੀਆਂ ਅੱਗੇ ਨੇ, ਇੰਝ ਜਦੋਂ ਵਾਰੀ ਆਉਂਦੀ ਹੈ ਕਨਵੈਂਸ ਦੀ ਤੇ ਕੁੜੀਆਂ ਕਿਉਂ ਪਿੱਛੇ ਰਹਿਣ? ਕੁੜੀਆਂ ਇਹਦੇ 'ਤੇ ਵੀ ਅੱਗੇ ਆਉਣ, ਆਪਣੀ ਸਵਾਰੀ ਜਿਹੜੀ ਹੈ ਉਹ ਤਿਆਰ ਕਰਨ, ਆਉਣ ਜਾਣ ਤੇ ਨਾਲੇ ਬਰੇਵ ਬਣਨ। ਜੇ ਤੁਹਾਡੀ ਫੈਮਿਲੀ ਤੁਹਾਨੂੰ ਅਲਾਓ ਕਰਦੀ ਹੈ ਤੇ ਤੁਸੀਂ ਸਿੱਖੋ ਤੇ ਤੁਸੀਂ ਅੱਗੇ ਆਓ। ਫੈਮਿਲੀ ਦੀ ਗੱਲ ਕਰਦੇ ਹਾਂ ਜੀ, ਫੈਮਿਲੀ ਵੱਲੋਂ ਤੁਹਾਡੇ ਵੱਲੋਂ ਜਦੋਂ ਸ਼ੁਰੂ 'ਚ ਕੰਮ ਕੀਤਾ ਸੀ, ਕੋਈ ਕਿਸੇ ਕਿਸਮ ਦਾ ਇਹਨਾਂ ਨੇ ਕਿਹਾ ਸੀ ਵੀ ਇਹ ਕਿਹੜਾ ਕੰਮ ਸ਼ੁਰੂ ਕਰ ਦਿੱਤਾ, ਜਾਂ ਤੁਹਾਨੂੰ ਉਹਨਾਂ ਨੇ ਸਪੋਰਟ ਕੀਤਾ ਸੀ? ਜੀ ਹਾਂਜੀ, ਇਹ ਸ਼ੁਰੂ 'ਚ ਤੇ ਹਰ ਕਿਸੇ ਨੂੰ ਮੁਸ਼ਕਿਲਾਤ ਪੇਸ਼ ਆਉਂਦੀਆਂ ਨੇ। ਐਸੀ ਕਿ ਲੇਕਿਨ ਅਲਹਮਦੁਲਿਲਾ ਮੇਰੀ ਮਾਮਾ ਬੜੀ ਸਪੋਰਟਿਵ ਹੈ, ਉਹ ਮੇਰੇ ਨਾਲ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਮੋਟਰਸਾਈਕਲ ਚਲਾਉਂਦੀ ਹਾਂ, ਨਾਲੇ ਘੋੜੇ ਵੀ ਚਲਾਉਂਦੀ ਹਾਂ ਤੇ ਇਸ ਵਜ੍ਹਾ ਤੋਂ ਉਹਨਾਂ ਦਾ ਬੜਾ ਸਪੋਰਟਿਵ ਰੋਲ ਰਿਹਾ ਹੈ ਮੇਰੇ ਨਾਲ ਹਰ ਜਗ੍ਹਾ 'ਤੇ। ਤੇ ਉਹਨਾਂ ਨੇ ਮੈਨੂੰ ਆਪ ਕਿਹਾ ਸੀ ਕਿ ਤੂੰ ਬਾਕੀ ਕੁੜੀਆਂ ਲਈ ਮਿਸਾਲ ਜੇ ਬਣਨਾ ਚਾਹਨੀ ਹੈ ਤੇ ਤੂੰ ਅਪਲੋਡ ਕਰ, ਨੋ ਇਸ਼ੂ, ਲੇਕਿਨ ਲਿਮਿਟੇਸ਼ਨਸ ਜਿਹੜੀਆਂ ਨੇ ਉਹਨਾਂ ਨੇ ਮੈਨੂੰ ਦੱਸ ਦਿੱਤੀਆਂ ਨੇ ਕਿ ਇਹ ਮੇਰੀ ਲਿਮਿਟਸ ਨੇ। ਬਿਲਕੁਲ, ਇਹ ਮੇਰੀਆਂ ਲਿਮਿਟਸ ਨੇ, ਇਹਨਾਂ ਤੋਂ ਬਾਹਰ ਨਹੀਂ ਜਾਣਾ, ਇਹ ਉਹਨਾਂ ਨੇ ਮੈਨੂੰ ਦੱਸੀਆਂ ਨੇ। ਪੰਜਾਬੀ ਜ਼ੁਬਾਨ ਦੇ ਬਾਰੇ, ਕਿਉਂਕਿ ਸਾਡਾ ਚੈਨਲ ਪੰਜਾਬੀ ਹੈ, ਤੁਸੀਂ ਪੰਜਾਬੀ ਜ਼ੁਬਾਨ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇਹ ਸਕੂਲਾਂ ਕਾਲਜਾਂ ਵਿੱਚ ਕਮ ਅਜ਼ ਕਮ 10ਵੀਂ ਜਮਾਤ ਤੱਕ ਹੁਣ ਕੋਸ਼ਿਸ਼ ਕਰਦੇ ਆ ਵੀ ਜਿਹੜੀ ਲਾਗੂ ਹੋਣੀ ਚਾਹੀਦੀ ਹੈ? ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਤੁਸੀਂ ਵੀ ਕਿਉਂਕਿ ਵੀਡੀਓ ਬਣਾਉਂਦੇ ਆ, ਤੁਹਾਨੂੰ ਲੋਕ ਦੇਖਦੇ ਆ, ਤੁਸੀਂ ਵੀ ਥੋੜ੍ਹਾ ਜਿਹਾ ਮੈਂ ਸਮਝਦਾ ਆਪਣਾ ਹੱਕ ਅਦਾ ਕਰਦੇ ਹੋ, ਥੋੜ੍ਹਾ ਜਿਹਾ ਪੰਜਾਬੀ ਦੇ ਵੀ ਆਪਣਾ ਥੋੜ੍ਹਾ ਜਿਹਾ ਕੰਮ ਕਰੋ। ਜੀ ਬਿਲਕੁਲ ਇੰਝ ਹੈ, ਪੰਜਾਬੀ ਸਾਡੀ ਮਾਂ ਬੋਲੀ ਜ਼ੁਬਾਨ ਹੈ ਤੇ ਪੰਜਾਬੀ ਨੂੰ ਫਰੋਗ ਦੇਣਾ ਚਾਹੀਦਾ ਹੈ। ਇਹ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਪੰਜਾਬੀ ਨੂੰ ਫਰੋਗ ਦੇਵੇ, ਬਜਾਏ ਬਾਹਰ ਵੇਖੋ ਤੁਸੀਂ ਜਦੋਂ ਅਸੀਂ ਬਾਹਰ ਜਾਂਦੇ ਹਾਂ ਉੱਥੇ ਅਸੀਂ ਜਾ ਕੇ ਪੁੱਠੇ ਸਿੱਧੇ ਹੋ ਕੇ ਇੰਗਲਿਸ਼ ਬੋਲਨੇ ਆ। ਜਦੋਂ ਅੰਗਰੇਜ਼ ਇੱਥੇ ਆਉਂਦੇ ਨੇ ਉਹ ਤੇ ਪੰਜਾਬੀ ਨਹੀਂ ਬੋਲਦੇ, ਜਦੋਂ ਉਹ ਸਾਡੀ ਜ਼ੁਬਾਨ ਨੂੰ ਅਹਿਮੀਅਤ ਨਹੀਂ ਦਿੰਦੇ ਤੇ ਅਸੀਂ ਉਹਨਾਂ ਦੀ ਜ਼ੁਬਾਨ ਨੂੰ ਏਡੀ ਅਹਿਮੀਅਤ ਕਿਉਂ ਦਿੰਦੇ ਆ? ਤੇ ਇਹ ਸਾਡੀ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਪੰਜਾਬੀ ਨੂੰ, ਪੰਜਾਬੀ ਦੇ ਸਬਜੈਕਟ ਨੂੰ ਯਕੀਨੀ ਬਣਾਏ 10ਵੀਂ ਤੱਕ ਕਮ ਅਜ਼ ਕਮ, ਤਾਂ ਕਿ ਹਰ ਬੱਚੇ ਨੂੰ ਪਤਾ ਹੋਵੇ ਕਿ ਸਾਡੀ ਮਾਂ ਬੋਲੀ ਕੀ ਹੈ। ਔਰ ਜੱਟਾਂ ਦੀ ਤਾਂ ਸ਼ਾਨ ਹੈ ਪੰਜਾਬੀ, ਸਾਡਾ ਤਾਂ ਗੁਜ਼ਾਰਾ ਹੀ ਨਹੀਂ ਹੈ ਪੰਜਾਬੀ ਤੋਂ ਬਗੈਰ, ਤੇ ਇਸ ਲਈ ਸਾਡੇ ਲਈ ਤਾਂ ਵੈਸੇ ਹੀ ਨੈਸੈਸਰੀ ਹੈ। ਪੰਜਾਬੀ ਜ਼ੁਬਾਨ ਦੀ ਗੱਲ ਕਰਦੇ ਹਾਂ ਜੀ। ਪੰਜਾਬੀ ਜ਼ੁਬਾਨ ਸਭ ਤੋਂ ਪਹਿਲੇ ਤਾਂ ਬੱਚੇ ਨੇ ਆਪਣੇ ਘਰੋਂ ਸਿੱਖਣੀ ਹੁੰਦੀ ਆ। ਉਸ ਤੋਂ ਬਾਅਦ ਅਗਰ ਜੇ ਲਿਖਣ ਪੜ੍ਹਨ ਦੀ ਗੱਲ ਕਰੀਏ, ਹੁਣ ਜਿਸ ਤਰ੍ਹਾਂ ਦੋ ਇਹਨਾਂ ਦੇ ਇੱਕ ਪਾਕਿਸਤਾਨ ਦੇ ਵਿੱਚ ਸ਼ਾਹਮੁਖੀ ਚੱਲਦੀ ਆ ਤੇ ਚੜ੍ਹਦੇ ਪੰਜਾਬ ਦੇ ਵਿੱਚ ਗੁਰਮੁਖੀ ਚੱਲਦੀ ਆ, ਉਹਦਾ ਥੋੜ੍ਹਾ ਜਿਹਾ ਲਿਖਣ ਦਾ ਫਰਕ ਹੁੰਦਾ, ਬੋਲਣ 'ਚ ਇੱਕੋ ਜਿਹੀ ਹੁੰਦੀ ਲੇਕਿਨ ਲਿਖਣ ਦਾ ਫਰਕ ਹੁੰਦਾ। ਤੇ ਮੈਂ ਸਮਝਦਾ ਅਗਰ ਉਹ ਆਪਣੇ ਇੱਥੇ ਸਕੂਲਾਂ ਕਾਲਜਾਂ ਵਿੱਚ ਅਗਰ ਇਹ ਲਾਗੂ ਕੀਤੀ ਜਾਵੇ, ਪੰਜਾਬੀ ਦਾ ਇੱਕ ਲਾਜ਼ਮੀ ਜਿਹੜਾ ਸਬਜੈਕਟ ਜਿਹੜਾ ਕਰਾਰ ਦਿੱਤਾ ਜਾਵੇ,
ਤੇ ਬਿਲਕੁਲ ਸਾਡੀ ਜਿਹੜੀ ਮਾਂ ਬੋਲੀ ਹੈ ਉਹ ਜ਼ਿੰਦਾ ਰਹੇਗੀ। ਉਹ ਜਿਹੜੀ ਜਿਸ ਤਰ੍ਹਾਂ ਮਰਦੀ ਜਾ ਰਹੀ, ਕਈ ਵਾਰੀ ਲੋਕ ਜਿਹੜਾ ਪੰਜਾਬੀ ਨੂੰ ਬੋਲਣ ਲੱਗਿਆ ਆਪਣੀ ਥੋੜੀ ਜਿਹੀ ਹੱਦ ਤੱਕ ਮਹਿਸੂਸ ਕਰਦੇ ਆ ਕਿ ਯਾਰ ਮੈਂ ਇੱਥੇ ਉਰਦੂ ਬੋਲਣ ਦੇ ਤੇ ਮੈਂ ਅਗਰ ਪੰਜਾਬੀ ਬੋਲਾਂਗਾ, ਲੇਕਿਨ ਉਹ ਲੋਕ ਸੋਚਦੇ ਜਿਹੜੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੁੰਦੇ ਆ। ਔਰ ਜਿਹੜਾ ਬੰਦਾ ਆਪਣੇ ਇਤਮਾਦ ਰੱਖਦਾ ਇਸ ਚੀਜ਼ ਦਾ ਕਿ ਮੈਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ, ਮੈਂ ਆਪਣੀ ਜਿਹੜੀ ਬੋਲੀ ਆ ਆਪਣੀ ਮਾਂ ਬੋਲੀ ਨੂੰ ਮੈਂ ਨਹੀਂ ਛੱਡਣਾ, ਮੈਂ ਹਰ ਜਗ੍ਹਾ ਬੋਲਣੀ ਆ, ਅਗਲਾ ਬੰਦਾ ਸਮਝ ਸਕਦਾ ਤੁਸੀਂ ਬੋਲਦੇ ਆ, ਤੁਹਾਨੂੰ ਬੋਲਣੀ ਚਾਹੀਦੀ ਆ। ਕਿਉਂਕਿ ਅਗਲੇ ਨੂੰ ਮਕਸਦ ਤਾਂ ਆਪਣੀ ਚੀਜ਼ ਨੂੰ ਅਗਲੇ ਨੂੰ ਸਮਝਾਉਣਾ ਹੁੰਦਾ ਨਾ। ਜੇ ਅਗਲੇ ਦੀ ਨਾ ਸਮਝ ਆਵੇ ਫਿਰ ਤਾਂ ਤੁਸੀਂ ਪੰਗਾ ਲੈ ਲਓ, ਉਰਦੂ ਬੋਲ ਲਓ ਜਾਂ ਅੰਗਰੇਜ਼ੀ ਬੋਲ ਲਓ। ਲੇਕਿਨ ਅਗਰ ਅਗਲਾ ਬੰਦਾ ਇਸ ਗੱਲ ਨੂੰ ਸਮਝਦਾ, ਪੰਜਾਬੀ ਨੂੰ ਸਮਝਦਾ, ਤੇ ਤੁਹਾਨੂੰ ਆਪਣੀ ਮਾਂ ਬੋਲੀ ਨੂੰ ਨਹੀਂ ਛੱਡਣਾ ਚਾਹੀਦਾ। ਤੁਸੀਂ ਕੀ ਆਖਰ ਤੇ ਪੈਗਾਮ ਦੇਣਾ ਚਾਹੋਗੇ ਜੀ ਸਾਡੇ ਲਹਿੰਦੇ ਔਰ ਚੜ੍ਹਦੇ ਪੰਜਾਬ ਨੂੰ? ਮੇਰਾ ਪੈਗਾਮ तमाम ਲੋਕਾਂ ਲਈ ਇਹੀ ਹੈ ਕਿ ਤੁਸੀਂ ਫਿਰਕਾਬਾਜ਼ੀ ਤੋਂ ਬਾਹਰ ਨਿਕਲ ਆਓ। ਇਹ ਨਾ ਸੋਚੋ ਕਿ ਇਹ ਮੁਸਲਿਮ ਹੈ, ਇਹ ਕ੍ਰਿਸਚਨ ਹੈ, ਇਹ ਸਿੱਖ ਹੈ, ਇਹ ਹਿੰਦੂ ਹੈ। ਤੁਸੀਂ ਇਨਸਾਨੀਅਤ ਨੂੰ ਫਰੋਗ ਦੇਵੋ ਤੇ ਇਨਸਾਨਾਂ ਦੇ ਕੰਮ ਆਵੋ, ਕਿਉਂਕਿ ਇਹੀ ਚੀਜ਼ ਮਰਨ ਤੋਂ ਬਾਅਦ ਸਾਡੇ ਕੰਮ ਆਏਗੀ। ਤੇ ਤੁਸੀਂ ਜਿਹੜਾ ਹੈ ਹਰ ਕਿਸੇ ਨੂੰ ਓਬਲਾਈਜ ਕਰੋ, ਕੰਮ ਆਵੋ, ਇਖਲਾਕ ਅੱਛਾ ਰੱਖੋ। ਮੇਰਾ ਪੈਗਾਮ ਸਾਰਿਆਂ ਲਈ ਇਹੀ ਹੈ, ਮੁਹੱਬਤ ਕਰੋ ਤੇ ਮੁਹੱਬਤ ਬਾਂਟੋ ਜੀ। ਸ਼ੁਕਰੀਆ। ਬਹੁਤ ਵਧੀਆ ਗੱਲ ਕੀਤੀ ਹੈ ਜੀ ਹੁਰੈਰਾ ਜੱਟ ਸਾਹਿਬਾਂ ਨੇ, ਕਿਉਂਕਿ ਇੱਕ ਮੁਹੱਬਤ ਹੀ ਹੈ ਜਿਹਦੇ ਨਾਲ ਆਪਾਂ ਹਰ ਚੀਜ਼ ਨੂੰ ਜਿੱਤ ਸਕਦੇ ਹਾਂ। ਲੜਾਈਆਂ ਕਰਕੇ ਕਦੇ ਕੋਈ ਬੰਦਾ ਕਿਸੇ ਤੋਂ ਫਾਤੇ ਨਹੀਂ ਹੋਇਆ। ਵਕਤੀ ਤੌਰ ਤੇ ਬੰਦੇ ਨੂੰ ਲੱਗਦਾ ਕਿ ਮੈਂ ਜਿੱਤ ਗਿਆ, ਲੇਕਿਨ ਉਹਦੇ ਪਿੱਛੇ ਨੁਕਸਾਨ ਕਿੰਨਾ ਹੋਇਆ ਹੁੰਦਾ, ਉਹਦੇ ਪਿੱਛੇ ਕੁਰਬਾਨੀਆਂ ਲੋਕਾਂ ਨੇ ਕਿੰਨੀਆਂ ਦਿੱਤੀਆਂ ਹੁੰਦੀਆਂ। ਉਹ ਕੁਰਬਾਨੀਆਂ ਵੀ ਨਹੀਂ ਆਪਾਂ ਕਹਿ ਸਕਦੇ, ਉਹ ਤਾਂ ਇੱਕ ਜ਼ਬਰਦਸਤੀ ਦੀ ਕੁਰਬਾਨੀ ਆਪਾਂ ਉਹਨੂੰ ਕਹਿ ਲੈਂਦੇ ਹਾਂ, ਲੇਕਿਨ ਨੁਕਸਾਨ ਬਹੁਤ ਹੋਇਆ ਹੁੰਦਾ। ਇਸ ਕਰਕੇ ਸਾਡਾ ਆਪਣੇ ਚੈਨਲ ਦੇ ਰਾਹੀਂ ਵੀ ਇਹੀ ਪ੍ਰੋਗਰਾਮ ਆ ਕਿ ਇੱਕ ਤਾਂ ਪੰਜਾਬੀ ਪੜ੍ਹੋ, ਪੰਜਾਬੀ ਨੂੰ ਆਪਣੇ ਘਰਾਂ ਵਿੱਚ ਵੀ ਆਪਣੇ ਨਿਆਣਿਆਂ ਨਾਲ ਬੋਲੋ। ਇਸ ਦੇ ਨਾਲ ਨਾਲ ਪਿਆਰ ਮੁਹੱਬਤ ਦਾ ਸਬਕ ਦੇਈਦਾ ਆ ਕਿ ਜਦੋਂ ਤੁਸੀਂ ਦੁਨੀਆ ਤੇ ਆਏ ਆ ਤੇ ਤੁਸੀਂ ਆਪਣਾ ਕੁਝ ਕਰਕੇ ਜਾਓ ਤਾਂ ਕਿ ਤੁਹਾਨੂੰ ਤੁਹਾਡੇ ਮਰਨ ਤੋਂ ਬਾਅਦ ਵੀ ਯਾਦ ਰੱਖਿਆ ਜਾਵੇ ਜੀ। ਇਨਸ਼ਾਅੱਲਾ ਕਿਸੇ ਹੋਰ ਪ੍ਰੋਗਰਾਮ 'ਚ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।